स्टूडेंट्स हाउ आर यू वेलकम टू योर बॉटनी लैक्चर बेटा ਆਪਾਂ पढ़ रहे सी बैट्रैकोस्पर्मम ਉਹਦੇ ਵਿੱਚ ਆਪਾਂ ਇਹ ਸੈਕਸ਼ੂਅਲ ਰੀਪਰੋਡਕਸ਼ਨ ਪੜ੍ਹ ਲਿਆ ਸੀ ਤੇ ਅੱਜ ਆਪਾਂ ਦੇਖਾਂਗੇ ਸੈਕਸ਼ੂਅਲ ਰੀਪਰੋਡਕਸ਼ਨ। ਹੁਣ ਸੈਕਸ਼ੂਅਲ ਰੀਪਰੋਡਕਸ਼ਨ ਪਤਾ ਆ ਸਾਰਿਆਂ ਨੂੰ, ਫਿਊਜ਼ਨ ਆਫ ਮੇਲ ਔਰ ਫੀਮੇਲ ਗੈਮੀਟਸ, ਇਹ ਹੋ ਗਈ ਓਗੈਮਸ टाइप ऑफ ਸੈਕਸ਼ੂਅਲ ਰੀਪਰੋਡਕਸ਼ਨ। ਮੇਲ ਗੈਮੀਟਸ ਜਿਹੜੇ ਆ ਉਹ ਮੇਲ ਸੈਕਸ ਆਰਗਨਸ 'ਚ ਫਾਰਮ ਹੁੰਦੇ ਆ, ਫੀਮੇਲ ਗੈਮੀਟਸ ਫੀਮੇਲ ਸੈਕਸ ਆਰਗਨਸ 'ਚ ਫਾਰਮ ਹੁੰਦੇ ਆ। मेल सैक्स ऑर्गन इज एंथ्रीडियम, फीमेल सैक्स ऑर्गन ओगोनियम। लेकिन बैट्रैकोस्पर्मम दे विच इन्हां दे नाम जिहड़े आ वो डिफरेंट आ। एंथ्रीडियम नूं स्पर्मेटेंजियम कहंदे आ ते ओगोनिया नूं कार्पोगोनिया कहंदे आ। बाकी सारा प्रोसैस मैकेनिज्म सेम है। हुण आपां देखदे आ कार्पोगोनिया दा डेवलपमेंट। ਤਾਂ ਡਾਇਗਰਾਮ ਤੋਂ ਤੁਹਾਨੂੰ ਕਲੀਅਰ ਕੱਟ ਸਮਝ ਆ ਜਾਣਾ। ਆਪਾਂ ਬੇਸਿਕ ਜਿਹੜਾ ਪਹਿਲੇ ਦਿਨ ਡਾਇਗਰਾਮ ਪੜ੍ਹਿਆ ਸੀ ਕਿ ਫਿਲਾਮੈਂਟ ਆ ਸੈਲਸ ਆ ਅਤੇ ਇੱਥੇ ਨੋਡ ਆ, ਨੋਡ ਤੋਂ ਬ੍ਰਾਂਚਸ ਆਫ ਲੇਟਰਲ ਗਰੋਥ ਰਾਈਜ਼ ਕਰਦੀਆਂ ਆ ਅਤੇ ਬ੍ਰਾਂਚਸ ਆਫ ਲੇਟਰਲ ਗਰੋਥ ਦੇ ਵਿੱਚੋਂ ਇੱਕ ਬ੍ਰਾਂਚ ਜਿਹੜੀ ਆ ਉਹਦੇ 'ਤੇ ਸੈਕਸ ਆਰਗਨਸ ਡਿਵੈਲਪ ਹੁੰਦੇ ਆ ਫੀਮੇਲ। ਤਾਂ ਇਹ ਜਿਹੜੀ ਬ੍ਰਾਂਚ ਆ ਇੱਕ ਲੇਟਰਲ ਬ੍ਰਾਂਚ ਗਰੋਥ ਵਾਲੀ ਬ੍ਰਾਂਚ, ਇਹਦੇ ਵਿੱਚੋਂ ਜਿਹੜੀ ਬ੍ਰਾਂਚ 'ਤੇ ਫੀਮੇਲ ਸੈਕਸ ਆਰਗਨ ਡਿਵੈਲਪ ਹੁੰਦੇ ਆ ਉਹਨੂੰ ਆਪਾਂ ਕਹਿੰਦੇ ਆ ਕਾਰਪੋਗੋਨੀਅਲ ਫਿਲਾਮੈਂਟ। ਤਾਂ ਹੁੰਦਾ ਕੀ ਆ ਕਿ ਆ ਜਿਹੜੀ ਬ੍ਰਾਂਚ ਆ ਇਹਦੇ ਵਿੱਚ ਆ ਬੇਸਲ ਸੈਲਸ ਤਾਂ ਇੱਦਾਂ ਹੀ ਰਹਿਣੇ ਆ, ਇਨੀਸ਼ੀਅਲ ਸੈਲਸ, ਅਤੇ ਉੱਪਰਲੇ 3-4 ਸੈੱਲ ਜਿਹੜੇ ਟਰਾਂਸਵਰਸ ਡਿਵੀਜ਼ਨ ਨਾਲ ਫਾਰਮ ਹੋਣੇ ਆ, ਇਹ ਹੋ ਗਿਆ ਕਾਰਪੋਗੋਨੀਅਲ ਫਿਲਾਮੈਂਟ। ਅਤੇ ਇਹਦੇ 'ਤੇ ਆ ਜਿਹੜਾ ਫਲਾਸਕ ਸ਼ੇਪ ਡਿਵੈਲਪ ਹੋਏਗਾ ਇਹ ਹੋ ਗਿਆ ਕਾਰਪੋਗੋਨੀਅਮ। ਹੁਣ ਕਾਰਪੋਗੋਨੀਅਮ ਜਿਹੜਾ ਆ ਉਹ 2 ਪਾਰਟਸ ਦਾ ਬਣਿਆ ਹੁੰਦਾ ਆ। ਇਹਦਾ ਅੱਪਰ ਪਾਰਟ ਜਿਹੜਾ ਆ ਉਹਨੂੰ ਆਪਾਂ ਕਹਿੰਦੇ ਆ ਥੋੜ੍ਹਾ ਜਿਹਾ ਨੈਰੋ ਜਿਹੜਾ ਆ, ਇਹਨੂੰ ਅਸੀਂ ਕਹਿੰਦੇ ਆ ਟ੍ਰਾਈਕੋਗਾਈਨੇ, TRICHOGYNE। ਥੱਲੇ ਵਾਲਾ ਜਿਹੜਾ ਆਹ ਸਵੋਲਨ ਪਾਰਟ ਆ ਇਹਨੂੰ ਕਹਿੰਦੇ ਆ ਕਾਰਪੋਗੋਨੀਅਮ। ਕਾਰਪੋਗੋਨੀਅਮ ਹੁਣ ਇਹਦੇ ਵਿੱਚ ਜਿਹੜਾ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਆ ਉਹ 2 ਨਿਊਕਲੀਆਈ ਦੇ ਵਿੱਚ ਡਿਵਾਈਡ ਹੁੰਦਾ ਆ। ਇੱਕ ਨਿਊਕਲੀਆਈ ਇੱਥੇ ਬੇਸ 'ਤੇ ਹੀ ਰਹਿੰਦਾ ਆ ਅਤੇ ਦੂਸਰਾ ਉੱਪਰ ਹੌਲੀ ਹੌਲੀ ਟ੍ਰਾਈਕੋਗਾਈਨੇ 'ਚ ਮੂਵ ਕਰ ਜਾਂਦਾ ਹੈ। ਜਿਹੜਾ ਟ੍ਰਾਈਕੋਗਾਈਨੇ ਵਾਲਾ ਨਿਊਕਲੀਅਸ ਆ, ਇਸ ਟ੍ਰਾਈਕੋਗਾਈਨੇ ਵਾਲਾ ਨਿਊਕਲੀਅਸ ਆ ਇਹ ਥੋੜ੍ਹੀ ਟਾਈਮ ਬਾਅਦ ਡਿਸਇੰਟੀਗ੍ਰੇਟ ਹੋ ਜਾਂਦਾ, ਖ਼ਤਮ ਹੋ ਜਾਂਦਾ ਆ। ਲੇਕਿਨ ਆ ਜਿਹੜਾ ਬੇਸ 'ਤੇ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਆ ਇਹ ਫਾਰਮ ਹੋ ਜਾਂਦਾ ਜਾਂ ਮੈਚਿਓਰ ਹੋ ਜਾਂਦਾ ਇਨਟੂ ਐਗ ਸੈੱਲ। ਇਹਦੇ ਨਾਲ ਹੀ ਫਿਰ ਜਿਹੜਾ ਮੇਲ ਰੀਪਰੋਡਕਟਿਵ ਪਾਰਟ ਆ ਸਪਰਮੈਸ਼ੀਅਮ ਉਹ ਆ ਕੇ ਫਿਊਜ਼ ਕਰਦਾ ਆ। ਫਿਊਜ਼ਨ ਹੋਣ ਤੋਂ ਬਾਅਦ 'ਚ ਜ਼ਾਈਗੋਟ ਬਣਨਾ ਆ। ਤਾਂ ਪਹਿਲਾਂ ਆਪਾਂ ਸਟਰਕਚਰ ਦੇਖਦੇ ਹਾਂ। ਹੁਣ ਆ ਜਿਹੜਾ ਅੱਪਰ ਪਾਰਟ ਆ ਇਹ ਟ੍ਰਾਈਕੋਗਾਈਨੇ, ਨੀਚੇ ਕਾਰਪੋਗੋਨੀਅਮ, ਅਤੇ ਇਸ ਤੋਂ ਨੀਚੇ ਜਿਹੜੇ ਆਹ ਨੇਬਰਿੰਗ ਸੈਲਸ ਆ ਜਾਂ ਬਿਨੀਥ ਵਾਲੇ ਸੈਲਸ ਆ ਇਹਨਾਂ ਨੂੰ ਆਪਾਂ ਕਹਿੰਦੇ ਆ ਹਾਈਪੋਗਾਈਨਸ ਸੈਲਸ। ਆਹ ਵਾਲੇ ਜਿਹੜੇ ਸੈਲਸ ਆ ਇਹ ਹੈਗੇ ਆ ਹਾਈਪੋਗਾਈਨਸ ਸੈਲਸ। ਇਹ ਤਾਂ ਹੋ ਗਿਆ ਕਾਰਪੋਗੋਨੀਅਮ ਦਾ ਸਟਰਕਚਰ। ਹੁਣ ਮੈਚਿਓਰ ਕਾਰਪੋਗੋਨੀਅਮ ਦਾ ਦੇਖੀਏ ਜੇ ਤਾਂ ਇਹ ਫਲਾਸਕ ਸ਼ੇਪਡ ਆ, ਜਿਹੜਾ ਅਸੀਂ ਹੁਣੇ ਬਣਾਇਆ ਸੀ ਬੇਸਲ ਆ ਫਲਾਸਕ ਸ਼ੇਪਡ ਆ। ਬੇਸਲ ਪਾਰਟ ਜਿਹੜਾ ਇਹਦਾ ਸਵੋਲਨ ਆ, ਅੱਪਰ ਪਾਰਟ ਜਿਹੜਾ ਆ ਨੈਰੋ ਉਹਨੂੰ ਅਸੀਂ ਕਹਿੰਦੇ ਆ ਟ੍ਰਾਈਕੋਗਾਈਨੇ, ਬੇਸਲ ਪਾਰਟ ਨੂੰ ਕਹਿੰਦੇ ਆ ਕਾਰਪੋਗੋਨੀਅਮ। ਅਤੇ ਇਹ ਜਿਹੜਾ ਟ੍ਰਾਈਕੋਗਾਈਨੇ ਆ ਇਹ ਹੌਲੀ ਹੌਲੀ ਜਿੱਦਾਂ ਜਿੱਦਾਂ ਗਰੋਥ ਹੁੰਦੀ ਰਹਿੰਦੀ ਆ ਜਾਂ ਮੈਚਿਓਰਿਟੀ ਵੇਲੇ ਇਹ ਮਿਊਸਿਲੇਜੀਨਸ ਹੋ ਜਾਂਦਾ। ਮਿਊਸਿਲੇਜੀਨਸ ਮਤਲਬ ਇਹਦੇ ਵਿੱਚ ਕੋਈ ਜੈਲ ਲਾਈਕ ਮਟੀਰੀਅਲ ਡਿਵੈਲਪ ਹੋਣ ਨਾਲ ਇਹ ਥੋੜ੍ਹਾ ਮਿਊਸਿਲੇਜੀਨਸ ਥੋੜ੍ਹਾ ਕਹਿ ਲਓ ਪਿਲਪਿਲਾ ਜਿਹਾ ਹੋ ਜਾਂਦਾ ਆ। ਅਤੇ ਜਿਹੜਾ ਬੇਸਲ ਪਾਰਟ ਦੇ ਵਿੱਚ ਕ੍ਰੋਮੈਟੋਫੋਰਸ ਵੀ ਪ੍ਰੈਜ਼ੈਂਟ ਹੁੰਦੇ ਅਲੋਂਗ ਵਿਦ ਦਾ ਨਿਊਕਲੀਅਮ। ਹੁਣ ਇਹ ਜਿਹੜਾ ਸੈਲਸ ਆ ਇਹ ਕਹਿ ਲਓ ਕਿ ਪੂਰੀ ਤਰ੍ਹਾਂ ਜਦੋਂ ਡਿਵੈਲਪਮੈਂਟ ਹੋ ਜਾਏਗਾ ਫਿਰ ਹੀ ਇਹਦੇ ਵਿੱਚ ਜਿਹੜਾ ਸਪਰਮੈਸ਼ੀਅਮ ਆ ਕੇ ਇੱਥੇ ਸਟਿਕ ਕਰੇਗਾ। ਉਹ ਆਪਾਂ ਥੋੜ੍ਹਾ ਜਿਹਾ ਬਾਅਦ 'ਚ ਪੜ੍ਹਦੇ ਹਾਂ, ਪਹਿਲਾਂ ਸਟਰਕਚਰ 'ਤੇ ਕੰਸਨਟਰੇਟ ਕਰਨਾ ਆ। ਦੈਨ ਇਜ਼ ਮੇਲ ਸੈਕਸ ਆਰਗਨ ਸਪਰਮੇਟੈਂਜੀਅਮ।
ਇਹ ਵੀ ਐਵੇਂ ਹੀ ਡਿਵੈਲਪ ਹੋਣਾ ਬੇਟਾ। ਆਹ ਮੇਨ ਫਿਲਾਮੈਂਟ ਆ, ਆਹ ਬ੍ਰਾਂਚਸ ਆਫ ਲੇਟਰਲ ਗਰੋਥ ਆ। ਤਾਂ ਇੱਕ ਬ੍ਰਾਂਚ ਆਫ ਲੇਟਰਲ ਗਰੋਥ 'ਤੇ ਮੇਲ ਸੈਕਸ ਆਰਗਨ ਡਿਵੈਲਪ ਹੋ ਜਾਣੇ ਆ। ਹੁਣ ਇਹ ਕਿਵੇਂ ਡਿਵੈਲਪ ਹੋਣੇ ਆ? ਆਹ ਬ੍ਰਾਂਚਸ ਜਿਹੜੀਆਂ ਨੋਰਮਲੀ ਐਸ ਸੱਚ ਗਰੋ ਕਰਨੀਆਂ ਆ, ਜਿਵੇਂ ਲੇਟਰਲ ਬ੍ਰਾਂਚ ਡਿਵੈਲਪ ਹੁੰਦੀ ਆ। ਇਹਦਾ ਸਪਰਮੇਟੈਂਜੀਅਮ ਦੇ ਡਿਵੈਲਪਮੈਂਟ ਦਾ ਵੀ ਸੇਮ ਪ੍ਰੋਸੈਸ ਆ। ਲੇਕਿਨ ਉੱਪਰ ਵਾਲੇ ਜਿਹੜੇ ਸੈਲਸ ਆ ਇਸ ਫਿਲਾਮੈਂਟ ਦੇ ਵਿੱਚ, ਉਹ ਬਣ ਜਾਂਦੇ ਆ ਸਪਰਮੇਟੈਂਜੀਅਲ ਮਦਰ ਸੈੱਲ। ਅਤੇ ਸਪਰਮੇਟੈਂਜੀਅਮ ਮਦਰ ਸੈੱਲ ਆ ਇੱਥੇ ਬਣ ਗਏ। ਹੁਣ ਇਹ ਟਿਪ 'ਤੇ ਹੁਣ ਇਹਨੇ ਕੀ ਕਰਨਾ ਆ, ਇੱਧਰੋਂ ਸਾਈਡ ਨੂੰ ਇੱਕ ਗਰੋਥ ਜਾਂ ਆਊਟ ਗਰੋਥ ਡਿਵੈਲਪ ਕਰਨੀ ਆ, ਜਿਹਨੂੰ ਅਸੀਂ ਕਹਿੰਦੇ ਆ ਸਪਰਮੇਟੈਂਜੀਅਮ। ਇਸ ਸਪਰਮੇਟੈਂਜੀਅਮ ਦੇ ਅੰਦਰ ਡਿਵੈਲਪ ਹੋਏਗਾ ਸਪਰਮੈਸ਼ੀਅਮ। ਸਪਰਮੈਸ਼ੀਅਮ ਜਿਹੜਾ ਆ ਉਹ ਮੇਲ ਸੈਕਸ ਪਾਰਟ ਆ, ਜਿਹਨੇ ਜਾ ਕੇ ਐਗ ਨਾਲ ਫਿਊਜ਼ ਹੋਣਾ ਆ। ਤਾਂ ਇਹਦੇ ਵਿੱਚ ਹੋਰ ਸਿੰਪਲ ਆ ਕਿ ਮੇਲ ਸੈਕਸ ਆਰਗਨ ਲੇਟਰਲ ਬ੍ਰਾਂਚ 'ਤੇ ਹੀ ਡਿਵੈਲਪ ਹੋਣਾ ਆ, ਲੇਟਰਲ ਲਿਮਿਟਡ ਗਰੋਥ ਵਾਲੀ ਬ੍ਰਾਂਚ 'ਤੇ ਹੀ ਡਿਵੈਲਪ ਹੋਣਾ ਆ ਕਹਿ ਲਓ। ਔਰ ਬ੍ਰਾਂਚਸ ਜਿਹੜੀਆਂ ਆ ਨੋਰਮਲੀ ਹੋਣੀਆਂ ਆ। ਇਹਦੀ ਜਿਹੜੀ ਸਪਰਮੇਟੈਂਜੀਅਮ ਆ ਜਾਂ ਐਂਥਰੀਡੀਅਲ ਫਿਲਾਮੈਂਟ ਆ, ਇਹਦੀ ਸ਼ੁਰੂਆਤ ਦੇ ਵਿੱਚ ਸਟਰਕਚਰ ਮੇਨ ਜਿਹੜੀ ਲੇਟਰਲ ਗਰੋਥ ਬ੍ਰਾਂਚਸ ਵਰਗੀਆਂ ਹੀ ਦਿਖਦੀਆਂ ਆ। ਲੇਕਿਨ ਬਾਅਦ 'ਚ ਜਦੋਂ ਇਹ ਮੈਚਿਓਰ ਹੋ ਜਾਂਦਾ ਫਿਰ ਥੋੜ੍ਹਾ ਜਿਹਾ ਇਹ ਡਿਫਰੈਂਟ ਹੁੰਦਾ ਆ। ਤੁਸੀਂ ਡਾਇਗਰਾਮ 'ਚ ਦੇਖ ਸਕਦੇ ਹੋ। ਹੁਣ ਕੀ ਆ, ਆਹ ਸੈਲਸ ਤਾਂ ਇੱਦਾਂ ਹੀ ਡਿਵੈਲਪ ਹੋਣੀਆਂ ਬ੍ਰਾਂਚਸ, ਲੇਕਿਨ ਟਿਪ ਵਾਲੇ ਸੈੱਲ ਨੇ ਸਟਾਰਟ ਬਿਹੇਵਿੰਗ ਐਜ਼ ਐਂਥਰੀਡੀਅਲ ਇਨੀਸ਼ੀਅਲ। ਐਂਥਰੀਡੀਅਲ ਇਨੀਸ਼ੀਅਲ ਦਾ ਮਤਲਬ ਜਿਹਦੇ ਵਿੱਚ ਐਂਥਰੀਡੀਅਮ ਪੈਦਾ ਹੋਣਾ ਆ, ਜਾਂ ਫਿਰ ਦੂਸਰੀ ਭਾਸ਼ਾ 'ਚ ਅਸੀਂ ਇਹਨੂੰ ਕਹਿ ਸਕਦੇ ਹਾਂ ਸਪਰਮੇਟੈਂਜੀਅਲ ਇਨੀਸ਼ੀਅਲ ਜਾਂ ਸਪਰਮੇਟੈਂਜੀਅਲ ਮਦਰ ਸੈੱਲ। ਹੁਣ ਇਸ ਸਪਰਮੇਟੈਂਜੀਅਲ ਮਦਰ ਸੈੱਲ ਨੇ ਬਾਹਰ ਨੂੰ ਇੱਕ ਆਊਟ ਗਰੋਥ ਕੱਢਣੀ ਆ, ਆਪਣੇ ਆਪੋਜ਼ਿਟ ਸਾਈਡ 'ਤੇ ਜਾਂ ਦੂਸਰੇ ਸਾਈਡ 'ਤੇ ਇੱਕ ਆਊਟ ਗਰੋਥ ਕੱਢਣੀ ਆ, ਜਿਹਨੂੰ ਆਪਾਂ ਕਹਿਣਾ ਆ ਸਪਰਮੈਟੈਂਜੀਅਮ। ਅਤੇ ਸਪਰਮੇਟੈਂਜੀਅਮ ਦੇ ਅੰਦਰ ਸਪਰਮੈਸ਼ੀਅਮ ਡਿਵੈਲਪ ਹੁੰਦਾ ਆ। ਸਪਰਮੈਸ਼ੀਅਮ ਜਿਹੜਾ ਆ ਉਹ ਕਹਿ ਲਓ ਕਿ ਜਾ ਕੇ ਫਿਊਜ਼ ਹੁੰਦਾ ਆ ਵਿਦ ਕਾਰਪੋਗੋਨੀਅਮ ਦੇ ਐਗ ਨਾਲ। ਇੰਨਾ ਇਸ ਤੋਂ ਬਾਅਦ 'ਚ ਹੁਣ ਜਿਹੜੀ ਆਹ ਵਾਲਾ ਸਟਰਕਚਰ ਆ, ਹੁਣ ਕੀ ਹੋਣਾ ਆ, ਜਿਵੇਂ ਸਪਰਮੇਟੈਂਜੀਅਮ ਦੇ ਅੰਦਰ ਸਪਰਮੈਸ਼ੀਅਮ ਆਹ ਡਾਟ ਵਾਲਾ ਡਿਵੈਲਪ ਹੋ ਗਿਆ ਆ। ਤਾਂ ਹੌਲੀ ਹੌਲੀ ਇਹਨੇ ਜਦੋਂ ਡਿਵੈਲਪ ਹੋ ਜਾਣਾ, ਫੁੱਲ ਮੈਚਿਓਰ ਹੋ ਜਾਣਾ ਆ, ਤਾਂ ਇਹਨੇ ਇਸ ਵਾਲ 'ਤੇ ਆਹ ਵਾਲੀ ਵਾਲ 'ਤੇ ਫੋਰਸ ਲਗਾਉਣਾ ਆ। ਇਹ ਵਾਲ ਮਿਊਸਲੇਜੀਨਸ ਹੋਣ ਕਰਕੇ ਥੋੜ੍ਹੀ ਸੌਫਟ ਹੋ ਜਾਂਦੀ ਆ, ਜਾਂ ਕਹਿ ਲਓ ਇਹ ਜਿਹੜਾ ਸੈਪਟਾ ਆ ਥੋੜ੍ਹਾ ਜਿਹਾ ਸੌਫਟ ਹੋ ਜਾਣਾ ਆ, ਅਤੇ ਇਹਨੇ ਬਰਸਟ ਕਰ ਜਾਣਾ, ਟੁੱਟ ਜਾਣਾ ਆ, ਅਤੇ ਆਹ ਜਿਹੜਾ ਸਪਰਮੈਸ਼ੀਅਮ ਹੈ ਇੱਥੋਂ ਬਾਹਰ ਰਿਲੀਜ਼ ਹੋ ਜਾਣਾ ਆ, ਅਤੇ ਇੱਥੇ ਪਾਣੀ 'ਚ ਇਹਨੇ ਆ ਜਾਣਾ ਆ ਸਪਰਮੈਸ਼ੀਅਮ ਨੇ। ਹੁਣ ਤੁਸੀਂ ਸਪਰਮੈਸ਼ੀਅਮ ਦਾ ਦੇਖਿਆ ਕਿ ਰਾਊਂਡਡ ਸਫੈਰੀਕਲ ਸਟਰਕਚਰ ਆ, ਇਹਦਾ ਕੋਈ ਫਲੈਜੈਲਾ ਨਹੀਂ ਹੈਗਾ ਇਹਦੇ ਵਿੱਚ। ਤਾਂ ਵਿਦਾਊਟ ਫਲੈਜੈਲਾ ਇਹਨੇ ਮੂਵ ਨਹੀਂ ਕਰ ਸਕਣਾ ਹੈਗਾ। ਤਾਂ ਕਰਕੇ ਇਹਨੂੰ ਵਾਟਰ ਕਰੰਟਸ ਦੀ ਕਹਿ ਲਓ ਮਰਸੀ ਚਾਹੀਦੀ ਹੁੰਦੀ ਆ, ਜਾਂ ਵਾਟਰ ਕਰੰਟਸ ਚਾਹੀਦੀਆਂ ਹੁੰਦੀਆਂ ਆ, ਤਾਂ ਕਿ ਇਹ ਮੂਵ ਹੋ ਸਕੇ ਟੂ ਕਾਰਪੇਗੋਨੀਅਮ। ਹੁਣ ਵਾਟਰ ਜੇ ਤਾਂ ਪਾਣੀ ਚੱਲਦਾ ਹੋਇਆ, ਲਹਿਰਾਂ ਚੱਲਦੀਆਂ ਹੋਈਆਂ ਪਾਣੀ ਦੀਆਂ, ਫਿਰ ਤਾਂ ਇਹ ਪਹੁੰਚ ਜਾਊਗਾ। ਜੇ ਕਈ ਵਾਰ ਖੜਾ ਪਾਣੀ ਆ, ਥੋੜ੍ਹਾ ਪਾਣੀ ਰਹਿ ਗਿਆ, ਤਾਂ ਇਹ ਸਾਰੇ ਜਿਹੜੇ ਆ ਡਿਸਇੰਟੀਗ੍ਰੇਟ ਹੋ ਜਾਣੇ ਆ। ਬਾਈ ਚਾਂਸ ਕੋਈ ਇੱਕ ਅੱਧਾ ਪਹੁੰਚ ਗਿਆ ਕਿਸੇ ਵਾਟਰ ਹਲਕੇ ਫਲੋ ਨਾਲ, ਤਾਂ ਭਾਵੇਂ ਫਰਟੀਲਾਈਜੇਸ਼ਨ ਹੋ ਜਾਊਗਾ। ਤਾਂ ਇਹਨੇ ਕੀ ਕਰਨਾ ਆ, ਆਹ ਵਾਟਰ ਕਰੰਟਸ ਨਾਲ ਮੂਵ ਕਰਨਾ ਆ। ਕਿੱਥੇ ਮੂਵ ਕਰਨਾ ਆ? ਟੂ ਆਹ ਟਰਾਈਕੋਗੋਨੀਆ ਦੇ ਟਿਪ 'ਤੇ ਜਾ ਕੇ ਇਹਨੇ ਚਿਪਕ ਜਾਣਾ ਆ। ਕਿਵੇਂ ਚਿਪਕਣਾ ਆ? ਇਹ ਟਰਾਈਕੋਗੋਨੀਆ ਨੇ ਜਿਹੜਾ ਇੱਕ ਕੋਈ ਕੈਮੀਕਲ ਮਿਊਸਿਲੇਜੀਨਸ ਤਾਂ ਹੁੰਦਾ ਹੀ ਆਪਾਂ ਪੜ੍ਹਿਆ, ਉਸ ਮਿਊਸਿਲੇਜ ਨੇ ਇੱਥੇ ਥੋੜ੍ਹਾ ਸਟਿੱਕੀ ਸਟਰਕਚਰ ਬਣਾ ਦੇਣੀ ਆ, ਜਾਂ ਸਟਿੱਕੀ ਸਰਫੇਸ ਬਣਾ ਦੇਣਾ ਆ। ਉੱਥੇ ਆ ਕੇ ਇਸ ਸਪਰਮੈਸ਼ੀਅਮ ਨੇ ਚਿਪਕ ਜਾਣਾ, ਸਟਿਕ ਕਰ ਜਾਣਾ ਆ। ਹੁਣ ਹੌਲੀ ਹੌਲੀ ਕਿਆ ਹੋਣਾ ਆ, ਆਹ ਜਿਹੜੀ ਸਪਰਮੈਸ਼ੀਆ ਦੀ ਵਾਲ ਆ,
ਤੇ ਆ ਜਿਹੜੀ ਟ੍ਰਾਈਕੋਗਾਇਨੇ ਦੀ ਵॉल ਆ ਤੇ ਆ ਜਿਹੜੀ ਸਪਰਮੇਸ਼ੀਆ ਦੀ ਵॉल ਆ, ਇਹ ਇੱਕ ਪੁਆਇੰਟ ਤੋਂ ਡਿਜ਼ੋਲਵ ਹੋ ਜਾਣੀ ਆ, ख़त्म हो जानी आ, डिसइंटीग्रेट हो जानी आ। तो ये नाल कह लो फ्यूज़ हो गया समझ लो। तो जेड़ा आह स्परमेशियम दे अंदर न्यूक्लियाई हुंदा आ, ये कित्थे मूव करना है टू ट्राइकोगाइने। हुण इस न्यूक्लियाई ने जिद्दां ही इत्थे आना आ, इहने इहदे डिवाइड कर जाना आ ते दो न्यूक्लियाई बन जाने आ। एक न्यूक्लियाई तो इत्थे ही रह जाना ट्राइकोगाइने च, उन्हें हौली हौली डिसइंटीग्रेट हो जाना आ। ते दूसरे न्यूक्लियाई ने थल्ले जिहड़ा आह ट्राइकोगाइने दे विच एग न्यूक्लियाई प्रेजेंट हुंदा आ, इहदे नाल जाके फ्यूजन कर लैनी आ। फ्यूजन हो गई, फर्टिलाइजेशन हो गया। फर्टिलाइजेशन हो गई तो की बनना आ, जाइगोट बन गया। जाइगोट बन गया तो जाइगोट दा जर्मीनेशन तुरंत स्टार्ट हो जाना आ, विदाउट अंडरगोइंग एनी रेस्टिंग पीरियड। कोई रेस्टिंग पीरियड नहीं होना, नाल ही जर्मीनेशन स्टार्ट हो जाना है। लेकिन हल्ले जर्मीनेशन कित्थे स्टार्ट होना आ, इस ट्राइकोगाइने या कार्पोगोनिया दे अंदर ही डेवलप होना आ। तो हौली हौली की होना आ, आपां पढ़े सीगे कि आ जिहड़े नीचे सैल हाइपोगाइनस सैल प्रेजेंट हुंदे आ, इन्हां दोनों दे विच एक म्यूसिलेज भर जाना आ या म्यूसिलेजिनस प्लग डेवलप हो जाना आ। उस म्यूसिलेजिनस प्लग दे द्वारा इस कार्पोगोनिया ने या ट्राइकोगाइने ने दूसरे सैल्स नालों सैपरेट हो जाना आ। ते फिर अगे फर्टिलाइजेशन, एम्ब्रियो वगैरह ते नवा फिलामेंट बनना है। तो जिहड़े थर्ड वाला डायग्राम आ, ये सारा जो मैं बोलिया कि आह ट्राइकोगाइने आ, ਇਹਦੇ ਉੱਪਰ आह स्परमेटेंजियम ਜਿਹੜਾ ਆ ਇਹ आके सॉरी स्परमेशियम आके जुड़ गया आ। स्परमेशियम जुड़ना आ ਤੇ आ देखो दोनों की वॉल ਜਿਹੜੀ ਆ ਉਹ एक पॉइंट तो डिजोल्व हो गई आ, फट गई आ। ਇਹਦਾ ਜਿਹੜਾ स्परमेशियम ਦਾ न्यूक्लियाई आ ਇਹ दो चा डिवाइड हो गया आ। हुण एक न्यूक्लियाई इत्थे ट्राइकोगाइने च ही रह जाना आ ते दूसरे ने जाके फ्यूजन कर लैनी आ एग नाल। फ्यूजन मतलब हो गई, मतलब फर्टिलाइजेशन हो गया। फर्टिलाइजेशन हो गया मतलब जाइगोट बन जाना है उस तो बाद। तो देखो ये विच आ जाइगोट बन गया, ठीक है। हुण जाइगोट जिहड़ा आ हल्ले जर्मीनेशन इहदे अंदर ही होनी आ। इहने आ वाले सैल्स तो हाइपोगाइनस सैल्स तो एक म्यूसिलेज के द्वारा आ देखो म्यूसिलेजिनस प्लग लिखा है, इत्थे म्यूसिलेज भर जाना आ, ये तो ये नाल सैपरेट हो जाना फ्रॉम अदर सैल्स, ठीक है। तो हुण आह जाइगोट की जे असी गल करिए मियोसिस, फिर इस तो आह नवा फिलामेंट बन गया, ये असी कल नूं पढ़ांगे। फिलहाल इन्ना ही बेटा, डायग्राम तो ही तुसी सारा लिख सकते हैं। बेस्ट बेस इहदा की हुंदा है कि तुसी एक बार लिटरेचर एक बार पढ़ लो, वीडियो सुन लो, एक बारी अपने पेजेस तो लिटरेचर पढ़ लो, फिर डायग्राम बनाओ। डायग्राम तो तुहानूं सारा याद हो जाना है, रटन की लोड़ नहीं हैगी, उलझन की किते लोड़ नहीं हैगी, बहुत ईजी आ। एक बारी पढ़ियो, डिस्कशन तो मैं करनी आ, नहीं समझ आया जिहड़ा पॉइंट वो दोबारा पूछ लियो। टिल दैन गुड बाय बेटा।